ਚੜ੍ਹ ਚੰਨਾ ਤੂੰ ਕਰ ਰੁਸ਼ਨਾਈ। ਪੰਜਾਬੀ ਯੂਨੀਅਨ ਦੇ ਪ੍ਰਬੰਧ ਹੇਠ ਪੰਜਾਬ ਹਾਊਸ ਵਿੱਚ ਮੰਨੇ ਪ੍ਰਮੰਨੇ ਪੰਜਾਬੀ ਸੇਵਕ ਜਸਬੀਰ ਸਿੰਘ ਬੋਪਾ ਰਾਏ ਹੋਰਾਂ ਦੇ ਆਦਰ ਵਿੱਚ ਸ਼ਾਮ ਮਨਾਈ ਗਈ, ਜਿਹਦੇ ਵਿੱਚ ਪੰਜਾਬੀ ਤਹਿਰੀਕ ਤੇ ਬੋਲੀ ਨਾਲ ਜੁੜੇ ਸੱਜਣਾ ਮਿੱਤਰਾਂ ਭਰਵੀਂ ਰਲਤ ਕੀਤੀ। ਇਸ ਮੌਕੇ ਤੇ ਮੁਦੱਸਰ ਇਕਬਾਲ ਬੱਟ ਹੋਰਾਂ ਉਚੇਚੇ ਪਰੋਣੇ ਤੇ ਵਰਲਡ ਪੰਜਾਬੀ ਕਾਨਫਰੰਸ ਦੇ ਪ੍ਰਧਾਨ ਜਸਬੀਰ ਸਿੰਘ ਬੋਪਾ ਰਾਏ ਹੋਰਾਂ ਨੂੰ ਜੀ ਆਇਆਂ ਨੂੰ ਆਖਦਿਆਂ ਉਹਨਾਂ ਦੀ ਪੰਜਾਬ ਸੇਵਾ ਦੀ ਸਰਾਹਨਾ ਕੀਤੀ। ਮੇਰੇ ਵਾਸਤੇ ਬਹੁਤ ਫਖਰ ਤੇ ਮਾਣ ਦੀ ਗੱਲ ਹੈ ਕਿ ਪੰਜਾਬ ਹਾਊਸ ਉਹਨਾਂ ਲੋਕਾਂ ਦਾ ਮਕੀਨ ਬਣਿਆ ਜਿਨ੍ਹਾਂ ਦਾ ਹਰ ਸ਼ੋਬੇ 'ਚ ਆਪਣੀ ਪਹਿਚਾਣ ਤੇ ਆਪਣੀ ਸ਼ਨਾਖਤ ਹੈ। ਜਸਬੀਰ ਸਿੰਘ ਯਕੀਨਨ ਪੰਜਾਬੀ ਜ਼ਬਾਨ ਦੇ ਵਧਾ ਲਈ ਉਹਦਾ ਆਪਣਾ ਇੱਕ ਕੰਮ ਹੈ ਔਰ ਉਹ ਕੈਨੇਡਾ 'ਚ ਰਹਿ ਕੇ ਆਪਣੀ ਮਾਂ ਬੋਲੀ ਦੀ ਖਿਦਮਤ ਕਰ ਰਿਹਾ ਹੈ। ਬੈਠਕ ਦੇ ਰਲਤੀਆਂ ਗੱਲਬਾਤ ਕਰਦਿਆਂ ਆਖਿਆ ਕਿ ਜਸਬੀਰ ਸਿੰਘ ਹੋਰਾਂ ਨੇ ਆਪਣੀ ਹਯਾਤੀ ਮਾਂ ਬੋਲੀ ਦਾ ਝੰਡਾ ਉੱਚਾ ਰੱਖਣ ਦੇ ਨਾਵੇਂ ਲਾ ਕੇ ਸਾਨੂੰ ਤਹਿਰੀਕ ਦਿੱਤੀ ਹੈ ਕਿ ਸਾਡੀ ਪਛਾਣ ਆਪਣੀ ਰਹਿਤਲ ਨਾਲ ਜੁੜੇ ਰਹਿਣ ਵਿੱਚ ਹੀ ਹੈ। ਇਹ ਤਹਿਰੀਕ ਹਰ ਉਸ ਸ਼ਖਸ ਨਾਲ ਜਨਮ ਲੈਂਦੀ ਹੈ ਜਿਹੜਾ ਆਪਣੀ ਧਰਤੀ ਉੱਤੇ ਅੱਖ ਖੋਲ੍ਹਦਾ ਹੈ, ਜਿਹਦੇ ਵੱਡ ਵਡੇਰੇ ਉਸ ਧਰਤੀ ਦੇ ਸਦੀਆਂ ਦੇ ਵਾਰਿਸ ਹੁੰਦੇ ਨੇ। ਲੇਕਿਨ ਹਰ ਸ਼ਖਸ ਇਸ ਤਹਿਰੀਕ ਦੇ ਪਰਤ ਨਹੀਂ ਖੋਲ੍ਹ ਸਕਦਾ। ਇਹ ਬੰਦ ਲਿਫਾਫਾ ਖੋਲ੍ਹ ਕੇ ਇਹਦੇ ਅੰਦਰ ਜੋ ਮੌਜੂਦ ਹੈ ਉਹ ਪੜ੍ਹ ਨਹੀਂ ਸਕਦਾ। ਇਹ ਕੁਦਰਤ ਬਹੁਤ ਘੱਟ ਲੋਕਾਂ ਤੇ ਆਸ਼ਕਾਰ ਕਰਦੀ ਹੈ ਕਿ ਉਹਨੇ ਕੀ ਕਰਨਾ ਹੈ। ਜਸਬੀਰ ਜੀ ਨੂੰ ਮੈਂ ਚੰਦ ਰੋਜ਼ ਪਹਿਲੇ ਤੋਂ ਦੇਖ ਰਿਹਾ ਇੰਟਰਨੈਟ ਦੇ ਉੱਤੇ, ਕੁਝ ਹੋਰ ਜਗ੍ਹਾ ਤੇ। ਮੈਨੂੰ ਇਹਨਾਂ ਦੇ ਅੰਦਰ ਉਹ ਤਹਿਰੀਕ ਅਮਲਨ ਨਜ਼ਰ ਆਈ। ਉਹ ਅਜੀਤ ਵੀਕਲੀ ਹੋਵੇ ਜਾਂ ਸਭ ਤੋਂ ਵੱਡੀ ਗੱਲ ਇਹਨਾਂ ਦੀ ਪ੍ਰੋਡਿਊਸ ਕੀਤੀ ਫਿਲਮ ਹੋਵੇ, ਉਹਦੇ ਵਿੱਚ ਪੰਜਾਬ ਅਮਲਨ ਟੁਰਦਾ ਫਿਰਦਾ, ਗੱਲ ਕਰਦਾ, ਆਪਣਾ ਨੋਹਾ ਬਿਆਨ ਕਰਦਾ ਸਾਨੂੰ ਵਿਖਾਲੀ ਦਿੰਦਾ। ਇੱਕ ਅਜਿਹਾ ਵਕੀਲ ਮੈਂ ਇਹਨਾਂ ਨੂੰ ਪਾਇਆ ਕੁਝ ਦਿਨਾਂ ਦੇ, ਮੁਲਾਕਾਤ ਪਹਿਲੀ ਹੈ, ਮੁਕਾਲਮਾ ਨਹੀਂ ਹੋਇਆ ਹਾਲੇ। ਮੈਂ ਇਹਨਾਂ ਨੂੰ ਇੱਕ ਅਜਿਹਾ ਵਕੀਲ ਵੇਖਿਆ ਕਿ ਜਿਹੜਾ ਸ਼ੁਰੂ ਤੋਂ ਜਿਤਨਾ ਮੌਜੂਦ ਹੈ ਇਹਨਾਂ ਦੇ ਬਾਰੇ ਆਪਣੀ ਧਰਤੀ ਦਾ, ਆਪਣੀ ਰਹਿਤਲ ਦਾ, ਆਪਣੇ ਹੋਣ ਦਾ ਮੁਕੱਦਮਾ ਲੜ ਰਿਹਾ ਹੈ। ਇੱਕ ਉੱਚੇ ਕਿਰਦਾਰ ਦੇ ਮਾਲਕ ਵੀ ਨੇ ਜਸਬੀਰ ਸਿੰਘ ਬੋਪਾ ਰਾਏ। ਔਰ ਅੱਜ ਦੀ ਜਿਹੜੀ ਹੈ ਮੈਨੂੰ ਪਤਾ ਸੀ ਕਿ ਜਸਬੀਰ ਜੀ ਬਾਹਰ ਰਹਿੰਦਿਆਂ ਹੋਇਆਂ ਵੀ ਲੇਕਿਨ ਉਹਨਾਂ ਦੇ ਇੱਕ ਵੇਲੇ ਦੀ ਕਦਰ ਜਿਹੜੀ ਆ ਬਹੁਤ ਜ਼ਰੂਰੀ ਕਰਦੇ ਨੇ। ਉਹਨਾਂ ਨੇ ਆਪਣੀ ਦੱਸ ਦਿੱਤਾ ਕਿ ਉਹ ਕਿਵੇਂ ਕਿ ਮੁਸ਼ਕਲ ਦੇ ਵਿੱਚ ਫਸ ਗਏ ਸੀ। ਔਰ ਇੱਕ ਹਿਸਟਰੀ, ਇੱਕ ਸੋਹਣਾ ਇਜ਼ਾਫਾ ਹੈ। ਜਿਵੇਂ ਨਦੀਮ ਦੀ ਗੱਲ ਕਰਦੇ ਆ, ਪੰਜਾਬੀ ਵਿੱਚ ਬੋਪਾ ਰਾਏ ਜੀ ਵੀ ਇੱਕ ਸੋਹਣਾ ਇਜ਼ਾਫਾ ਹੈ। ਔਰ ਵਾਹਿਗੁਰੂ ਮਿਹਰ ਰੱਖੇ ਤੇ ਇੱਥੇ ਦੇ ਸਾਰੇ ਪੰਜਾਬੀਆਂ ਨਾਲ ਉਹ ਆਸਤਾ ਆਸਤਾ ਜੁੜਦੇ ਜਾ ਰਹੇ ਨੇ। ਔਰ ਉਹਨਾਂ ਨੇ ਜਿਹੜਾ ਕੰਮ ਸ਼ੁਰੂ ਕੀਤਾ ਹੈ, ਜਿਸ ਦਿਨ ਪਹਿਲੇ ਦਿਨ ਆਏ ਸੀ ਸਾਡੇ ਘਰ ਹੀ ਇਹ ਫੈਸਲਾ, ਮੈਂ ਉਹਨਾਂ ਨੂੰ ਇੱਕ ਰਾਏ ਦਿੱਤੀ ਸੀ ਕਿ ਅਸੀਂ ਯਾਰ ਸਾਡਾ ਪੰਜਾਬ ਹਾਊਸ ਤੋਂ ਬਿਨਾਂ ਜਿਹੜਾ ਹੈ ਉਹ ਕੰਮ ਨਹੀਂ ਹੋ ਸਕਦਾ। ਸਰਕਾਰੀ ਤੌਰ 'ਤੇ ਵੀ ਸਾਡੀ ਬਹੁਤ ਸਾਰੀਆਂ ਮਜਬੂਰੀਆਂ ਨੇ ਕਿ ਅਸੀਂ ਉੱਥੇ ਪੰਜਾਬੀ ਦੀ ਗੱਲ ਉਸ ਤਰ੍ਹਾਂ ਦੀ ਨਹੀਂ ਕਰ ਸਕਦੇ ਹਾਂ ਜਿਸ ਤਰ੍ਹਾਂ ਅਸੀਂ ਪੰਜਾਬ ਹਾਊਸ ਦੇ ਵਿੱਚ ਆਪਣੀ ਮਨਮਰਜ਼ੀ ਨਾਲ ਕਰ ਸਕਦੇ ਹਾਂ। ਸੋ ਇਹਨਾਂ ਨਾਲ ਗੱਲ ਹੋਈ ਸੀ ਪੰਜਾਬ ਹਾਊਸ ਦੀ, ਔਰ ਇਹਨਾਂ ਦੀ ਰਾਏ ਵੀ ਸੀ ਕਿ ਠੀਕ ਹੈ, ਜਿੱਥੇ ਤੁਸੀਂ ਚੰਗਾ ਸਮਝਦੇ ਹੋ ਤੇ ਇੱਕ ਪ੍ਰੋਗਰਾਮ ਇਹਨਾਂ ਵੱਲੋਂ ਵੀ ਅਸੀਂ ਕਰਾਵਾਂਗੇ। ਇਨਸ਼ਾ ਅੱਲਾਹ ਤਾਲਾ ਅਸੀਂ ਤੁਹਾਨੂੰ ਦੁਬਾਰਾ ਸਾਰਿਆਂ ਨੂੰ ਸੱਦਾ ਦੇਵਾਂਗੇ ਕਿ ਜਿਹੜਾ ਪੰਜਾਬੀ ਵਰਲਡ ਪੰਜਾਬੀ ਕਾਂਗਰਸ ਤੇ ਕਲਮ ਫਾਊਂਡੇਸ਼ਨ ਤੇ ਇਹਨਾਂ ਵੱਲੋਂ ਜਿਹੜਾ ਹੈ ਉਹ ਇੱਕ ਪ੍ਰੋਗਰਾਮ ਇੱਥੇ ਦੁਬਾਰਾ ਹੋਏਗਾ। ਜਸਬੀਰ ਸਿੰਘ ਜੀ ਪੰਜਾਬ ਨੂੰ ਪੰਜਾਬੀ ਪਿਆਰ ਕਰਦਾ ਇੱਕ ਬਹੁਤ ਵੱਡੀ ਗੱਲ ਨਹੀਂ ਹੁੰਦੀ। ਆਪਣੀ ਹੋਂਦ ਨਾਲ ਪਿਆਰ ਕਰਨਾ ਬਣਦਾ ਹੈ, ਪਰ ਇੱਕ ਪੈਸ਼ਨ ਹੁੰਦਾ ਹੈ ਜਿਹਦੇ ਲਈ ਤੁਸੀਂ ਕੁਝ ਕਹਿੰਦੇ ਹੋ ਕਿ ਮੈਂ ਆਪਣੀ ਇਕਨੋਮਿਕਲ ਡਿਜ਼ਾਇਰਸ ਤੋਂ ਹਟ ਕੇ ਵੀ ਕੁਝ ਕਰਨਾ ਚਾਹੁੰਦਾ ਹਾਂ, ਉਹਨਾਂ ਮਜਬੂਰੀਆਂ ਤੋਂ ਕਿ ਜਿਹਦੇ 'ਚ ਤੁਹਾਡੇ ਇੱਕ ਬੜੇ ਵੱਡੇ ਖਾਬ ਹੁੰਦੇ ਹੈ, ਉੱਚੇ ਖਾਬ ਹੁੰਦੇ ਹੈ, ਆਪਣੇ ਆਪ ਨੂੰ ਫੈਸਿਲਿਟੇਟ ਕਰਨ ਦੇ, ਆਪਣੇ ਆਪ ਨੂੰ ਬਹੁਤ ਸਹੂਲਤਾਂ ਦੇ ਵਿਚਕਾਰ ਲਿਆਉਣ ਦੇ। ਇਹ ਖਾਬ ਹੁੰਦੇ ਨੇ, ਹਰ ਬੰਦੇ ਦੇ ਖਾਬ ਹੁੰਦੇ ਨੇ ਕਿ ਉਹ ਅਮੀਰ ਹੋਵੇ, ਹਰ ਬੰਦੇ ਦੇ ਖਾਬ ਹੁੰਦੇ ਨੇ ਕਿ ਉਹ ਦੁਨੀਆ ਦਾ ਅਮੀਰ ਤਰੀਨ ਬੰਦਾ ਬਣ ਜੇ, ਪਰ ਉਹਦੇ ਵਿੱਚੋਂ ਸਮਾਂ ਤੁਹਾਡਾ ਐਸਾ ਹੁੰਦਾ ਜਿਹਨੂੰ ਕਹਿੰਦੇ ਟਾਈਮ ਇਜ਼ ਮਨੀ। ਅਤੇ ਫਿਰ ਉਸ ਮਨੀ ਦਾ ਇਸਤੇਮਾਲ ਜਿਹੜਾ ਹੈ ਤੁਸੀਂ ਉੱਥੇ ਕਰਦੇ ਹੋ ਜਿਹੜੀ ਸ਼ਾਇਦ ਜਦੋਂ ਤੁਹਾਨੂੰ ਮੁੜ ਕੇ ਤੁਹਾਡੇ ਕੋਲ ਆਉਣਾ ਕੋਈ ਨਹੀਂ, ਪ੍ਰੋਫਿਟ ਸ਼ਾਇਦ ਕੋਈ ਨਹੀਂ ਆਉਣਾ। ਔਰ ਅਸੀਂ ਜਦੋਂ ਜ਼ੁਬਾਨ ਬਾਰੇ ਗੱਲ ਕਰਦੇ ਹਾਂ ਤਾਂ ਪ੍ਰੋਫਿਟ, ਟੈਂਜੀਬਲ ਪ੍ਰੋਫਿਟ ਤਾਂ ਹੈ ਹੀ ਕੋਈ ਨਹੀਂ ਇਹਦੇ 'ਚ। ਐਸੀ ਸ਼ਾਇਦ ਤਾਂ ਹੈ ਹੀ ਨਹੀਂ ਹੈ ਜਿਹੜੀ ਤੁਹਾਨੂੰ ਮੁੜ ਕੇ ਮਿਲਦੀ ਹੋਵੇ।
ਸੋ ਜਿਹੜਾ ਬੰਦਾ ਉਹ ਚੀਜ਼ ਵਰਤਦਾ ਹੈ, ਉਹਦਾ ਬਿਜ਼ਨਸ ਕਰਦਾ ਹੈ, ਉਹ ਵਰਤਦਾ ਹੈ ਤੇ ਉਹ ਮਹਾਨ ਹੁੰਦਾ ਹੈ। ਮੁਦੱਸਰ ਇਕਬਾਲ ਭੱਟ ਸਾਹਿਬ ਪੰਜਾਬੀ ਦਾ ਇਸ ਤਰ੍ਹਾਂ ਮੁਕੱਦਮਾ ਲੜ ਰਹੇ ਨੇ ਕਿ ਜਿਸ ਤਰ੍ਹਾਂ ਸਮਝ ਲਓ ਕਿ ਉਹ ਆਪਣੀ ਜ਼ਾਤ ਨੂੰ ਸਮਝਦੇ ਕਿ ਆਪਣੀ ਜ਼ਾਤ ਦਾ ਉਹ ਤਫਤ ਪੇ ਕਰਦੇ ਨੇ। ਮੈਂ ਸਮਝਣਾ ਕਿ ਭੱਟ ਸਾਹਿਬ ਨੂੰ ਜਿੰਨਾ ਵੀ ਖਰਾਜੇ ਤਹਿਸੀਨ ਪੇਸ਼ ਕੀਤਾ ਜਾਏ, ਜਿੰਨੀ ਵੀ ਉਹਨਾਂ ਦੀ ਤਹਿਸੀਨ ਕੀਤੀ ਜਾਏ, ਮੈਂ ਸਮਝਣਾ ਘੱਟ ਹੈ। ਤੇ ਇਸੇ ਤਰ੍ਹਾਂ ਭਾਈ ਜਿਹੜੇ ਨੇ ਜਸਬੀਰ ਸਿੰਘ ਹੋਰੀ, ਉਹ ਭਾਵੇਂ ਬੜੀ ਦੂਰ ਹਜ਼ਾਰਾਂ ਮੀਲ ਦੂਰ ਵਸੇ ਨੇ, ਮਗਰ ਪੰਜਾਬ ਤੇ ਪੰਜਾਬੀ ਉਹਨਾਂ ਨੂੰ ਖਿੱਚ ਕੇ ਫਿਰ ਇੱਕ ਵਾਰੀ ਲੈ ਆਉਂਦੇ ਨੇ ਕਿ ਆ ਜਾਓ, ਤੁਹਾਡੇ ਉੱਥੇ ਸੱਜਣ ਸਾਥੀ, ਤੁਹਾਡੇ ਉੱਥੇ ਭਾਈ, ਤੁਹਾਡੇ ਉੱਥੇ ਵੀਰ ਬੈਠੇ ਨੇ। ਜਿਹੜੇ ਸਾਡੇ ਵੱਡੇ ਵੀਰ ਇੱਥੇ ਪੰਜਾਬੀ ਜ਼ਬਾਨ ਵਾਸਤੇ ਕੋਸ਼ਿਸ਼ ਕਰ ਰਹੇ ਨੇ, ਔਰ ਇਹ ਸ਼ਾਮ ਜਿਹੜੀ ਅੱਜ ਦੀ ਸਜਾਈ ਗਈ ਹੈ ਜਨਾਬ ਜਸਬੀਰ ਸਿੰਘ ਬੋਪਰਾ ਹੋਰਾਂ ਦੇ ਨਾਮ ਤੇ, ਅਸੀਂ ਉਸ ਇੰਟਰਵਿਊ 'ਚ ਇਹ ਵੀ ਜ਼ਿਕਰ ਕੀਤਾ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੇ ਲੋਕ ਜਿਨ੍ਹਾਂ ਨੂੰ ਪੰਜਾਬੀ ਆਂਦੀ ਵੀ ਹੈ ਲੇਕਿਨ ਉਹ ਪੰਜਾਬੀ ਨਹੀਂ ਬੋਲਦੇ, ਪ੍ਰਮੋਟ ਨਹੀਂ ਕਰਦੇ, ਲੇਕਿਨ ਇਹਨਾਂ ਨੂੰ ਜਸ ਹੈ ਜਿਹੜੇ ਬਾਹਰ ਰਹਿ ਕੇ ਵੀ ਪੰਜਾਬੀ ਜ਼ਬਾਨ ਨਾਲ ਇੰਨਾ ਪਿਆਰ ਕਰਦੇ ਨੇ। ਹੁਣ ਵੀ ਭਾਈ ਸਾਹਿਬ ਜੀ ਰਸਤੇ ਸਾਨੂੰ ਦੱਸ ਰਹੇ ਸਨ ਕਿ ਮੇਰੇ ਦੋਨੋਂ ਬੇਟਿਆਂ ਨੂੰ ਫੁੱਲ ਅੰਗਰੇਜ਼ੀ ਆਉਂਦੀ ਹੈ, ਲੇਕਿਨ ਉਹ ਘਰਾਂ ਦੇ ਵਿੱਚ ਆਪਸ ਦੇ ਵਿੱਚ ਕਦੀ ਵੀ ਇੱਕ ਅੰਗਰੇਜ਼ੀ ਦਾ ਫਿਕਰਾ ਨਹੀਂ ਬੋਲਦੇ, ਆਪਸ 'ਚੋਂ ਪੰਜਾਬੀ ਹੀ ਬੋਲਦੇ ਨੇ। ਜਸਬੀਰ ਸਿੰਘ ਬੋਪਾਰਾਏ ਹੋਰਾਂ ਦੀ ਹਯਾਤੀ ਦੇ ਵੱਖੋ-ਵੱਖ ਪੱਖਾਂ ਉੱਤੇ ਝਾਤ ਪਾਉਣ ਵਾਲਿਆਂ ਦਾ ਕਹਿਣਾ ਸੀ ਕਿ ਉਹਨਾਂ ਦੀ ਪੱਤਰਕਾਰੀ ਹੋਵੇ ਜਾਂ ਫਿਲਮ ਪ੍ਰੋਡਕਸ਼ਨ, ਹਰ ਖੇਤਰ ਵਿੱਚ ਪੰਜਾਬ ਦੇ ਰੰਗ ਨਜ਼ਰ ਆਉਂਦੇ ਨੇ। ਜਿਹੜੇ ਜਸਬੀਰ ਸਿੰਘ ਹੋਰੀ ਜਿਨ੍ਹਾਂ ਦਾ ਟੂਰਿਜ਼ਮ ਦੇ ਨਾਲ ਤਾਲੁਕ ਹੈ, ਉਸ ਤੋਂ ਬਾਅਦ ਐਗਰੀਕਲਚਰ ਵੀ ਕੈਨੇਡਾ ਦੇ ਵਿੱਚ ਕਰ ਰਹੇ ਨੇ, ਉਸ ਤੋਂ ਬਾਅਦ ਉਹਨਾਂ ਦੇ ਇੱਕ ਸੰਸਥਾ ਵੀ ਹੈ ਵੇ, ਉਹਦੇ ਵਿੱਚ ਵੀ ਉਹ ਕੰਮ ਕਰ ਰਹੇ ਨੇ। ਮੈਂ ਵੇਖਿਆ ਹੈਗਾ ਕਿ ਜਿੰਨੇ ਵੀ ਸਾਡੇ ਸਿੱਖ ਭਰਾ ਨੇ ਉਹ ਬਹੁਤ ਜ਼ਿਆਦਾ ਪੰਜਾਬੀ ਵਾਸਤੇ ਕੰਮ ਕਰ ਰਹੇ ਨੇ, ਉਹਦੇ 'ਚ ਕੋਈ ਐਸਾ ਬੰਦਾ ਨਹੀਂ ਜਿਹੜਾ ਪੰਜਾਬੀ ਨਾਲ ਪਿਆਰ ਨਹੀਂ ਕਰਦਾ। ਮੈਨੂੰ ਇੱਕ ਫਿਕਰਾ ਯਾਦ ਆ ਰਿਹਾ ਹੈ, ਲੈਸਟਰ ਦੇ ਵਿੱਚ ਕਾਨਫਰੰਸ ਸੀ, ਉੱਥੇ ਡਾਕਟਰ ਪ੍ਰਗਟ ਸਿੰਘ ਹੋਰਾਂ ਨੇ ਕਿਹਾ ਸੀ ਕਿ ਸਿੱਧੀ ਜੀ ਗੱਲ ਹੈ ਕਿ ਪੰਜਾਬੀ ਤੋਂ ਬਗੈਰ ਹਿੰਦੂਆਂ ਦਾ ਗੁਜ਼ਾਰਾ ਹੋ ਸਕਦਾ ਹੈ, ਮੁਸਲਮਾਨਾਂ ਦਾ ਗੁਜ਼ਾਰਾ ਹੋ ਸਕਦਾ ਹੈ, ਕ੍ਰਿਸਚਨਸ ਦਾ ਗੁਜ਼ਾਰਾ ਹੋ ਸਕਦਾ ਹੈ, ਸਿੱਖਾਂ ਦਾ ਗੁਜ਼ਾਰਾ ਨਹੀਂ ਹੋ ਸਕਦਾ। ਮਾਂ ਬੋਲੀ ਜੇ ਭੁੱਲ ਜਾਓਗੇ, ਕੱਖਾਂ ਵਾਂਗੂ ਰੁੱਲ ਜਾਓਗੇ। ਇਹ ਸਾਡੀ ਬੁਨਿਆਦ ਹੈ, ਜ਼ਬਾਨ ਸਾਨੂੰ ਜੋੜਦੀ ਹੈ ਪਏ, ਭਾਵੇਂ ਤੁਸੀਂ ਸਿੱਖ ਹੋ, ਮੁਸਲਮਾਨ ਹੋ, ਹਿੰਦੂ ਹੋ, ਈਸਾਈ ਹੋ, ਕੋਈ ਵੀ ਹੈ। ਸਾਨੂੰ ਇਸ ਆਪਣੀ ਜੁੜਤ ਨੂੰ ਜੋੜ ਕੇ ਰੱਖਣਾ ਹੈ। ਇਹ ਸਰਕਾਰ ਨੇ ਭੁੱਲਣਾ ਨਹੀਂ। ਇਸ ਟਾਈਮ ਪਾਕਿਸਤਾਨ ਦੇ ਵਿੱਚ ਤੁਹਾਡੀ ਜ਼ਬਾਨ ਦਾ ਫਾਤਿਹਾ ਪੜ੍ਹ ਚੁੱਕੇ ਨੇ। ਅਗਰ ਹੁਣ ਵੀ ਇਹ ਸਾਥ ਨਾ ਭੱਟ ਸਾਹਿਬ ਅਸਾਂ ਕੀਤਾ ਰਲ ਮਿਲ ਕੇ, ਤੇ ਜਨਾਬ ਕੰਮ ਫਾਰਗ ਕਰ ਦਿੱਤਾ ਅਗਲਿਆਂ। ਇਹ ਇੱਕ ਵੇਲਾ ਉਹ ਆ ਜਾਂਦਾ ਜਦੋਂ ਜ਼ਿੰਦਗੀ ਤੇ ਮੌਤ ਦਾ ਵਕਤ ਆ ਜਾਂਦਾ, ਕਿਸੇ ਵੀ ਤਹਿਜ਼ੀਬ ਲਈ, ਕਿਸੇ ਵੀ ਬੋਲੀ ਲਈ। ਇਹ ਆ ਚੁੱਕਾ ਹੈ ਸਾਡੇ ਤੇ। ਜਿਹੜਾ ਭੱਟ ਸਾਹਿਬ ਨੇ ਬੇੜਾ ਚੁੱਕਿਆ, ਇਹ ਔਖਾ ਕੰਮ ਹੈ। ਔਰ ਫਿਰ ਉਹੀ ਗੱਲ ਸਾਰੇ ਦੋਸਤ ਕਰ ਰਹੇ ਸਨ ਕਿ ਕਰਕੇ ਵਿਖਾ ਦੇਣਾ। ਅੱਜ ਇਹ ਅਦਾਰਾ ਇਸ ਕਾਬਲ ਹੈ ਕਿ ਅਸੀਂ ਭੱਟ ਸਾਹਿਬ ਨੂੰ ਸੁਬਾਹ ਫੋਨ ਕਰੀਏ ਨਾ ਕਿ ਭੱਟ ਸਾਹਿਬ ਪ੍ਰਾਹੁਣੇ ਆ ਗਏ ਨੇ, ਤੇ ਸ਼ਾਮਾਂ ਨੂੰ ਅੰਨ ਪਾਣੀ ਵੀ ਕਰਨਾ ਹੈ, ਰੋਟੀ ਵੀ ਦੇਣੀ ਹੈ, ਤੇ ਨਾਲ ਉਹਨਾਂ ਦੀ ਇੱਜ਼ਤ ਵੀ ਉਹਨਾਂ ਨੂੰ ਬਖਸ਼ਣੀ ਹੈ, ਉਹਨਾਂ ਨੂੰ ਇੱਜ਼ਤ ਵੀ ਦੇਣੀ ਹੈ, ਤੇ ਮਾਣ ਵੀ ਵਧਾਉਣਾ ਆਪਣੇ ਪ੍ਰਾਹੁਣਿਆਂ। ਤੇ ਭੱਟ ਸਾਹਿਬ ਕਹਿੰਦੇ ਨੇ ਖੈਰ ਸਲੇ ਆ ਜਾਓ, ਅਸੀਂ ਆ ਦੇਣਾ। ਇਹ ਗੱਲ ਬਹੁਤ ਮੁਸ਼ਕਿਲ ਹੈ। ਇਹ ਬੜਾ ਮੇਰੇ ਖਿਆਲ ਪੂਰੇ ਪਾਕਿਸਤਾਨ, ਪੂਰੇ ਪੰਜਾਬ ਦੇ ਵਿੱਚ ਐਸਾ ਪੰਜਾਬੀ ਦਾ ਅਦਾਰਾ ਕੋਈ ਨਹੀਂ। ਇਹਨਾਂ ਦਾ ਸਾਡੇ 'ਚ ਮੌਜੂਦ ਹੋਣਾ ਸਾਡੇ ਵਾਸਤੇ ਬੜੇ ਇਜ਼ਾਜ਼ ਦੀ ਗੱਲ ਹੈ। ਮੈਂ ਸਮਝਦਾ ਕਿ ਬਹੁਤ ਵੱਡਾ 21ਵੀਂ ਸਦੀ ਦਾ ਬਹੁਤ ਵੱਡਾ ਪੰਜਾਬੀ ਸਾਡੇ ਦਰਮਿਆਨ ਬੈਠਾ ਹੈ, ਔਰ ਸਾਨੂੰ ਖੁਸ਼ੀ ਹੈ ਕਿ ਆਪਣੇ ਪੰਜਾਬ ਆਇਆ ਬੈਠਾ, ਕਿਸੇ ਬਾਹਰ ਦੇ ਦੇਸ਼ ਨਹੀਂ ਬੈਠਾ। ਅਸੀਂ ਉਹਨੂੰ ਜੀ ਆਇਆਂ ਕਰਦੇ ਹਾਂ। ਹੁਣ ਮੈਂ 2-3 ਗੱਲਾਂ ਆਪਣੀਆਂ ਸਾਂਝਾ ਕਰਾਂਗਾ। ਮੇਰੇ ਕੋਲ ਸਾਰੇ ਦੋਸਤ ਬੈਠੇ ਨੇ, ਆਪਣਾ ਇਲਿਆਸ ਘੁੰਮਣ ਸਾਹਿਬ ਬੈਠੇ ਨੇ, ਤੇ ਮੁਦੱਸਰ ਇਕਬਾਲ ਭੱਟ ਸਾਹਿਬ ਦੀ ਜੋ ਪੰਜਾਬੀ ਸੇਵਾ ਹੈ, ਜੋ ਉਹਨਾਂ ਦੀ ਜੁੜਤ ਹੈ, ਸੱਚੀ ਗੱਲ ਹੈ ਇਹਨਾਂ ਨੂੰ ਦੇਖ ਕੇ ਸਾਡਾ ਹੌਸਲਾ ਹੀ ਵੱਧਦਾ ਹੈ। ਪੰਜਾਬੀ ਦਾ ਕੰਮ ਕਰਦਿਆਂ ਦੇਖ ਕੇ ਅਣ ਤੱਕ ਬਿਲਕੁਲ ਆਪਣੀ ਥਾਂ ਤੋਂ ਹਟਦੇ ਨਹੀਂ, ਆਪਣੀ ਜਾਹ ਨਹੀਂ ਛੱਡਦੇ, ਕਿੱਲਾ ਠੋਕ ਕੇ ਖਲੋਤੇ ਨੇ, ਔਰ ਪੰਜਾਬੀ ਦਾ ਨਾਂ ਪਿਛਲੇ 30-40 ਸਾਲ ਤੋਂ ਲੈ ਰਹੇ ਨੇ। ਕਿਸੇ ਮੁਸ਼ਕਿਲ ਬੜੀਆਂ ਤਕਲੀਫਾਂ ਇਹਨਾਂ ਨੇ ਹਕੂਮਤਾਂ ਕੋਲੋਂ, ਬੜੇ ਤਸ਼ੱਦਦ, ਬੜੇ ਨੁਕਸਾਨ ਉਠਾਏ ਨੇ, ਲੇਕਿਨ ਪਿੱਛੇ ਨਹੀਂ ਹਟਦੇ। ਗੱਲ ਇਹ ਵੇ, ਇਹ ਸੇਵਾ ਦਾ ਜਿਹੜਾ ਹੈਗਾ, ਇਹਦਾ ਸਿਲਾ ਮੈਂ ਜਾਂ ਕੋਈ ਅਸੀਂ 2-4 ਲਫ਼ਜ਼ ਨਹੀਂ ਦੇ ਸਕਦੇ। ਅਸੀਂ ਦੁਆ ਹੀ ਕਰ ਸਕਦੇ ਹਾਂ ਕਿ ਅੱਲਾਹ ਤਾਲਾ ਇਸ ਪੰਜਾਬ ਹਾਊਸ ਨੂੰ, ਇਸ ਬੁਲੇਖਾ ਨੂੰ, ਇਸ ਟੀਵੀ ਨੂੰ, ਇਸ ਟੈਲੀਕਾਮ ਸੈਂਟਰ ਨੂੰ, ਪੰਜਾਬੀ ਦੇ ਇਸ ਸੇਵਾ ਸੈਂਟਰ ਨੂੰ, ਮਰਕਜ਼ ਨੂੰ ਹੋਰ ਤਰੱਕੀ ਦੇਵੇ। ਅਸੀਂ ਇਹਨਾਂ ਵਾਸਤੇ ਦੁਆ ਕਰਦੇ ਹਾਂ, ਤੇ ਅਸੀਂ ਇਹਨਾਂ ਦੇ ਨਾਲ ਹੈਗੇ ਹਾਂ, ਇਕੱਲੇ ਨਹੀਂ ਹੈਗੇ।
ਜਸਬੀਰ ਜੀ ਨੇ ਗੱਲਬਾਤ ਕਰਦਿਆਂ ਆਖਿਆ ਕਿ ਉਹਨਾਂ ਹਯਾਤੀ ਦੀਆਂ ਕਠਿਨਾਈਆਂ ਤੇ ਆਜ਼ਮਾਇਸ਼ਾਂ ਤੋਂ ਇਹੋ ਹੀ ਸਬਕ ਸਿੱਖਿਆ ਕਿ ਤੁਸੀਂ ਜਿਹੋ ਜਿਹੇ ਹਾਲਾਤਾਂ ਦਾ ਵੀ ਸਾਹਮਣਾ ਕਰੋ, ਕਦੇ ਵੀ ਆਪਣੀ ਅਸਲ ਨੂੰ ਨਾ ਭੁੱਲੋ। ਸਾਡੀ ਸਭ ਦੀ ਪਛਾਣ ਤੇ ਮਾਣ ਪੰਜਾਬੀ ਹੋਣਾ ਤੇ ਪੰਜਾਬੀ ਬੋਲਣਾ ਹੈ। ਸਾਡੀ ਮਿਹਨਤ ਜਿਹੜੀ ਰੰਗ ਲਈ ਕਿ ਬੱਚੇ ਸਾਡੇ ਪੰਜਾਬੀ ਨਾਲ ਜੁੜੇ ਆ, ਔਰ ਉੱਥੇ ਆ ਕੇ ਮੈਂ ਬਹੁਤ ਸਾਰੇ ਜਿਹੜੇ ਕੰਮ ਕੀਤੇ ਹਨ। ਫਰਨੀਚਰ ਸਟੋਰ ਕੀਤਾ, ਟੈਕਸੀ ਵੀ ਚਲਾਈ ਹੈ, ਫਿਰ ਟਰੱਕ ਵੀ ਬਹੁਤ ਲੰਮਾ ਸਮਾਂ। ਹੁਣ ਵੀ ਟਰਾਂਸਪੋਰਟ ਕੰਪਨੀ ਥੋੜ੍ਹੀ ਹੈ ਪਰ ਅਜੇ ਮੈਂ ਬੰਦ ਕੀਤੀ ਹੈ। 2014 ਦੇ ਵਿੱਚ ਮੈਂ ਇੱਕ ਪੰਜਾਬੀ ਫਿਲਮ ਬਣਾਈ। ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ, ਜੋ ਮੈਂ ਭਾਵੁਕ ਵੀ ਹੋ ਗਿਆ ਸੀ। ਜੋ ਸਾਡੇ 'ਤੇ ਤਸ਼ੱਦਦ ਹੋਇਆ ਹੈ ਭਾਰਤ ਦੇ ਵਿੱਚ, ਉਸ ਨੂੰ ਬਿਆਨ ਕਰਦਾ, ਜੋ 84 ਤੋਂ ਲੈ ਕੇ ਤੇ 91-92 ਤੱਕ ਜਿਸ ਤਰ੍ਹਾਂ ਸਾਡੇ ਨੌਜਵਾਨਾਂ ਨੂੰ ਕੋਹ ਕੇ ਮਾਰਿਆ ਗਿਆ, ਜਿਸ ਤਰ੍ਹਾਂ ਉਹਨਾਂ ਨੂੰ ਬੋਲੀ ਖੋਹਣ ਦੇ ਲਈ ਕੋਈ ਨੰਬਰ ਪਲੇਟ ਨਹੀਂ ਪੰਜਾਬੀ ਦੇ ਵਿੱਚ ਲਿਖ ਕੇ ਲਾ ਸਕਦਾ, ਕੋਈ ਗੱਲਬਾਤ ਨਹੀਂ ਕਰ ਸਕਦਾ। ਸੋ ਇਹ ਬਹੁਤ ਸਾਰਾ ਤਸ਼ੱਦਦ ਜਿਹੜਾ ਹੈ ਜੀ ਉਹ ਪਿੰਡੇ 'ਤੇ ਝੱਲਣਾ ਪਿਆ, ਔਰ ਉਸੇ ਨੂੰ ਹੀ ਸਮਰਪਿਤ ਜਿਹੜੀ ਹੈ ਉਹ ਫਿਲਮ ਬਣਾਈ ਸੀ, ਔਰ ਇੰਡੀਆ ਗੌਰਮੈਂਟ ਨੇ ਇਸ ਨੂੰ ਬੈਨ ਕਰ ਦਿੱਤਾ ਸੀਗਾ। ਹੋ ਸਕਦਾ ਮੇਰੇ ਕੋਲ ਥੋੜ੍ਹੀਆਂ ਬਹੁਤੀਆਂ ਕਾਪੀਆਂ ਪਈਆਂ ਤਾਂ ਮੈਂ ਤੁਹਾਨੂੰ ਇੱਥੇ ਜ਼ਰੂਰ ਦੇ ਕੇ ਜਾਵਾਂਗਾ। ਇਹਦੇ ਨਾਲ ਹੀ 2008 ਦੇ ਵਿੱਚ ਜਿਹੜਾ ਹੈ ਮੈਂ, ਕਿਉਂਕਿ ਮੈਨੂੰ ਥੋੜ੍ਹਾ ਬਹੁਤਾ ਸ਼ੌਂਕ ਸੀ ਅਜੀਤ ਅਖਬਾਰ ਦੇ ਨਾਲ, ਜਦੋਂ ਮੈਂ ਕੈਨੇਡਾ ਤੋਂ ਮੂਵ ਹੋਇਆ ਇੰਗਲੈਂਡ ਤੋਂ ਟੋਰਾਂਟੋ ਦੇ ਵਿੱਚ, ਤਾਂ ਮੇਰਾ ਪਹਿਲਾ ਕੰਮ ਜਿਹੜਾ ਹੈ, ਕਿਉਂਕਿ ਕੰਮ ਕਾਰ ਤਾਂ ਲੱਭਣਾ ਹੀ ਸੀਗਾ, ਗੁਰਦੁਆਰਾ ਸਾਹਿਬ ਦੇ ਵਿੱਚ ਕੀਤਾ। ਅਤੇ ਨਾਲ ਮੈਂ ਰੋਜੀ ਰੋਟੀ, ਕਿਉਂਕਿ ਤੁਹਾਨੂੰ ਪਤਾ ਗੁਰਦੁਆਰੇ ਸਾਡੇ ਜਿਹੜੇ ਹੈਗੇ ਡੋਨੇਸ਼ਨ ਦੇ ਨਾਲ ਚੱਲਦੇ ਆ, ਅਤੇ ਉਹ ਤਨਖਾਹਾਂ ਵਗੈਰਾ ਇੰਨੀਆਂ ਨਹੀਂ ਦੇ ਸਕਦੇ ਹੁੰਦੇ ਫੋਰਡ, ਕਿਉਂਕਿ ਸਾਰਾ ਕੁਛ ਡੋਨੇਸ਼ਨ ਨਾਲ ਚੱਲਦਾ, ਲੰਗਰ ਸਾਰਾ ਚੱਲਦਾ। ਕੋਵਿਡ ਦੇ ਵਿੱਚ ਤਕਰੀਬਨ ਦੇਸਾਨੀ ਸਾਹਿਬ ਨੇ ਦੱਸਿਆ ਹੈ ਕਿ 1000 ਤੋਂ ਲੈ ਕੇ 2000 ਦੇ ਵਿੱਚ ਐਵਰੀਡੇ ਪੈਕਿੰਗ ਲੰਗਰ ਜਾਂਦਾ ਸੀ। ਹਾਲਾਂਕਿ ਕੈਨੇਡਾ ਗੌਰਮੈਂਟ ਨੇ ਕਿਹਾ ਇਹ ਘਰਾਂ 'ਚੋਂ ਬਾਹਰ ਨਾ ਨਿਕਲੋ। ਬੈਠਕ ਦੇ ਅਖੀਰ ਤੇ ਸੱਜਣਾ ਤੇ ਮਿੱਤਰਾਂ ਦੀ ਸੇਵਾ ਪੰਜਾਬੀ ਖਾਬੇ, ਸਾਗ ਤੇ ਮਕਈ ਦੀ ਰੋਟੀ ਨਾਲ ਕੀਤੀ ਗਈ। ਪ੍ਰੋਡਕਸ਼ਨ ਟੀਮ ਮੁਹੰਮਦ ਫਾਰੂਕ, ਮੁਹੰਮਦ ਇਸ਼ਤਿਆਕ ਤੇ ਹਾਰਿਸ ਮਲਿਕ ਦੇ ਨਾਲ ਰਿਜ਼ਵਾਨ ਅਸਗਰ ਬੱਟ, ਪੰਜਾਬ ਹਾਊਸ, ਲਾਹੌਰ। ਹਾਂ